ਸਤਿ ਸ਼੍ਰੀ ਅਕਾਲ ਨਾਜ਼ਰੀਨ, ਮੈਂ ਹਰਮੀਤ ਸ਼ਾਹ ਸਿੰਘ, ਐਡੀਟਰ ਇੰਡੀਆ ਟੁਡੇ ਟੀਵੀ। ਨਿਊਜ਼ ਦੀ ਦੁਨੀਆ, ਖਬਰਾਂ ਦੀ ਦੁਨੀਆ ਅਕਸਰ ਉਹ ਹੁੰਦੀ ਹੈ ਜਿਸ ਵਿੱਚ ਮੋਸਟਲੀ ਖਬਰਾਂ ਤੁਹਾਨੂੰ ਮਿਲਣਗੀਆਂ ਕਨਫਲਿਕਟਸ ਦੀਆਂ, ਡਿਜ਼ਾਸਟਰ ਦੀਆਂ, ਫਿਰ ਖਬਰਾਂ ਤੁਹਾਨੂੰ ਮਿਲਣਗੀਆਂ ਸਕੈਂਡਲਸ ਦੀਆਂ, ਪੋਲੀਟੀਕਲ ਹੋਣ, ਸੈਕਸ਼ੂਅਲ ਹੋਣ, ਫਾਈਨੈਂਸ਼ੀਅਲ ਹੋਣ। ਇਹ ਦੁਨੀਆ ਭਰ ਦੇ ਵਿੱਚ ਇੱਕ ਨਿਊਜ਼ ਦੀ ਦੁਨੀਆ ਦਾ ਇੱਕ ਫਿਨੋਮੀਨਨ ਹੈਗਾ। ਪਰ ਐਸੀ ਦੁਨੀਆ ਦੇ ਵਿੱਚ ਕੁਝ ਐਸੀ ਚੀਜ਼ਾਂ ਵੀ ਹੁੰਦੀਆਂ ਨੇ ਜਿਹੜੀ ਕਾਫੀ ਪ੍ਰੋਡਕਟਿਵ ਹੁੰਦੀਆਂ ਨੇ, ਉਸਾਰੂ ਹੁੰਦੀਆਂ ਨੇ। ਔਰ ਸਾਡੀ ਇਹ ਵੀ ਕੋਸ਼ਿਸ਼ ਰਹਿੰਦੀ ਹੈਗੀ ਕਿ ਜਦ ਤੁਹਾਡੇ ਨਾਲ ਰੂਬਰੂ ਹੋਈਏ ਤੇ ਐਸੀ ਖਬਰਾਂ ਨਾਲ ਵੀ ਅਸੀਂ ਉਹ ਤੁਹਾਨੂੰ ਜਾਣਕਾਰੀ ਕਰਵਾਈਏ ਜਿਹੜੇ ਇੱਕ ਕੁਝ ਕੰਸਟਰਕਟਿਵ ਪ੍ਰੋਜੈਕਟਸ ਦੁਨੀਆ ਦੇ ਵਿੱਚ ਚੱਲ ਰਹੇ ਨੇ। ਅੱਜ ਤੁਹਾਨੂੰ ਅਸੀਂ ਦੱਸਾਂਗੇ ਕਿ ਕਿਸ ਤਰ੍ਹਾਂ ਇੱਕ ਟੀਮ ਬਣੀ। ਉਹ ਜੋ ਟੀਮ ਹੈਗੀ ਹੈ ਉਸ ਦੀ ਜਿਹੜੀ ਕਨਸੈਪਸ਼ਨ ਹੋਈ ਉਹ ਅਮਰੀਕਾ ਵਿੱਚ ਹੁੰਦੀ ਹੈ, ਉਹ ਫਿਰ ਦੁਨੀਆ ਭਰ ਤੋਂ ਵਿਦਵਾਨ ਉਸ ਟੀਮ ਵਿੱਚ ਇਕੱਠੇ ਹੁੰਦੇ ਨੇ ਔਰ ਉਹ ਟੀਮ ਇੱਕ ਐਸਾ ਪ੍ਰੋਜੈਕਟ ਤਿਆਰ ਕਰ ਰਹੇ ਨੇ ਜਿਹੜਾ ਯੂਨੀਕ ਨਾ ਸਹੀ ਬਟ ਇਟਸ ਅ ਵੈਰੀ ਰੇਅਰ ਪ੍ਰੋਜੈਕਟ। ਉਹ ਰੇਅਰ ਹੈਗਾ ਔਰ ਪ੍ਰੋਜੈਕਟ ਕੀ ਹੈ? ਉਹ ਪ੍ਰੋਜੈਕਟ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਦਾ, ਗੁਰੂ ਗ੍ਰੰਥ ਸਾਹਿਬ ਦੀ ਟ੍ਰਾਂਸਲੇਸ਼ਨ ਦਾ। ਨਾ ਸਿਰਫ ਟ੍ਰਾਂਸਲੇਸ਼ਨ ਬਲਕਿ ਉਸ ਦੀ ਟ੍ਰਾਂਸਕ੍ਰੀਏਸ਼ਨ ਵੀ। ਇੱਕ ਨਵਾਂ ਲਫ਼ਜ਼ ਹੈ, ਅਸੀਂ ਜਾਣਾਂਗੇ ਮਹਾਰਾਨ ਕੋਲੋਂ ਕਿ ਵੀ ਇਹ ਕੀ ਐਸਾ ਪ੍ਰੋਜੈਕਟ ਹੈਗਾ, ਉਹ ਸੰਸਾਰਾ ਦੱਸਣਗੇ। ਬਹਿਰਾਲ ਮੇਰੇ ਨਾਲ ਇਸ ਵੇਲੇ ਇਸ ਪ੍ਰੋਜੈਕਟ ਦੀ ਟੀਮ ਮੈਂਬਰ ਜਿਹੜੇ ਜੁੜੇ ਨੇ ਉਹ ਜੁੜੇ ਨੇ ਗਾਂਧੀ ਨਗਰ ਤੋਂ। ਮੈਂ ਇਹਨਾਂ ਦਾ ਤਾਰੁਫ ਕਰਾਵਾਂਗਾ ਆਪ ਜੀ ਨਾਲ। ਇਹ ਨੇ ਡਾਕਟਰ ਇਸ਼ਮੀਤ ਕੌਰ ਚੌਧਰੀ। ਇਹ ਅਸਿਸਟੈਂਟ ਪ੍ਰੋਫੈਸਰ ਨੇ ਸੈਂਟਰ ਫਾਰ ਇੰਗਲਿਸ਼ ਸਟੱਡੀਜ਼ ਦੇ ਵਿੱਚ ਸੈਂਟਰਲ ਯੂਨੀਵਰਸਿਟੀ ਆਫ ਗੁਜਰਾਤ, ਜੋ ਕਿ ਗਾਂਧੀ ਨਗਰ ਹੈਗੀ ਹੈ। ਔਰ ਇਸ ਟੀਮ ਦੇ ਜਿਹੜੀ ਇੱਕ ਬੜੀ ਵਿਦਵਾਨਾਂ ਦੀ ਟੀਮ ਹੈ, ਇਸ ਦੇ ਖਾਸ ਮੈਂਬਰ ਨੇ ਡਾਕਟਰ ਇਸ਼ਮੀਤ ਕੌਰ ਚੌਧਰੀ। ਥੈਂਕ ਯੂ ਸੋ ਮਚ ਫॉर ਜੁਆਇਨਿੰਗ ਅਸ। ਬਹੁਤ ਬਹੁਤ ਧੰਨਵਾਦ ਤੁਹਾਡਾ ਪੰਜਾਬ ਤੱਕ ਦਰਸ਼ਕਾਂ ਨਾਲ ਜੁੜਨ ਲਈ। ਥੈਂਕ ਯੂ ਫॉर ਗੈਟਿੰਗ ਮੀ ਹੇਅਰ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਥੈਂਕ ਯੂ ਸੋ ਮਚ। ਅਸੀਂ ਇਸ ਪਹਿਲੂ ਨੂੰ ਬੜੇ ਇੱਕ ਲਿਟਰਰੀ ਪੱਖ ਨਾਲ ਵੀ ਤੇ ਕਲਚਰਲ ਪੱਖ ਨਾਲ ਵੀ ਵੇਖਣਾ ਚਾਹਾਂਗੇ ਤੇ ਲਿੰਗੁਇਸਟਿਕਲੀ ਵੀ ਵੇਖਣਾ ਚਾਹਾਂਗੇ। ਪਹਿਲੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਹ ਪ੍ਰੋਜੈਕਟ ਇਨ ਬ੍ਰੌਡਰ ਸਟ੍ਰੋਕਸ ਹੈ ਕੀ, ਕਿਉਂਕਿ ਟ੍ਰਾਂਸਲੇਸ਼ਨ ਗੁਰੂ ਗ੍ਰੰਥ ਸਾਹਿਬ ਦੀ ਪਹਿਲੇ ਵੀ ਹੋਈਆਂ ਨੇ ਔਰ ਟ੍ਰਾਂਸਕ੍ਰਿਪਸ਼ਨ ਇੱਕ ਐਸੀ ਚੀਜ਼ ਹੈ ਕਿ ਜਿਹੜੀ ਮੈਂ ਬਹੁਤਿਆਂ ਨੂੰ ਨਹੀਂ ਪਤਾ ਕੀ ਹੈ, ਕੀ ਚੀਜ਼ ਹੁੰਦੀ ਹੈ ਔਰ ਇਸ ਨੂੰ ਟੈਕਨੋਲੋਜੀਕਲੀ ਤੁਸੀਂ ਕਿਸ ਤਰ੍ਹਾਂ ਅੱਗੇ ਵਧਾ ਰਹੇ ਹੋ। ਇਹ ਪ੍ਰੋਜੈਕਟ ਇਜ਼ ਅ ਵੈਰੀ ਲੌਂਗ ਟਰਮ ਪ੍ਰੋਜੈਕਟ ਜਿਹੜਾ ਕਿ ਮੇਬੀ 2 ਡੈਕੇਡਸ ਲੱਗ ਜਾਣਗੇ ਇਹਨੂੰ ਕੰਪਲੀਟ ਕਰਨ ਲਈ। ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਟ੍ਰਾਂਸਲੇਸ਼ਨਸ ਹੈਗੀਆਂ। ਅਸੀਂ ਉਹਨਾਂ ਟ੍ਰਾਂਸਲੇਸ਼ਨਸ ਨੂੰ ਕ੍ਰਿਟਿਕ ਨਹੀਂ ਕਰ ਰਹੇ ਹਾਂ, ਪਰ ਅਸੀਂ ਇੱਕ ਇਸ ਤਰ੍ਹਾਂ ਦੀ ਟ੍ਰਾਂਸਲੇਸ਼ਨ ਕ੍ਰੀਏਟ ਕਰ ਰਹੇ ਹਾਂ ਜਿਹੜਾ ਕਿ ਸਾਰਿਆਂ ਨੂੰ ਐਡਰੈਸ ਕਰੇ। ਸਾਰਿਆਂ ਦਾ ਨਾਲ ਸਾਡਾ ਮਤਲਬ ਸਾਰੇ ਹੀ ਹੈਗਾ, ਮੀਨਸ ਗਲੋਬਲੀ ਪੀਪਲ ਆਫ ਡਿਫਰੈਂਟ ਕਾਸਟ, ਕਲਾਸ, ਕ੍ਰੀਡ, ਡਿਫਰੈਂਟ ਜੈਂਡਰਸ, ਡਿਫਰੈਂਟ ਰੇਸਿਸ, ਹਰ ਬੰਦੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਸੇਜ ਜਿਹੜਾ ਹੈ ਉਹ ਅਪੀਲਿੰਗ ਹੋਏ। ਬਿਕਾਜ਼ ਗੁਰੂ ਗ੍ਰੰਥ ਸਾਹਿਬ ਜੀ ਦਾ ਮੇਨ ਪਰਪਸ ਇਹ ਹੀ ਸੀਗਾ ਟੂ ਐਡਰੈਸ ਹਿਊਮੈਨਿਟੀ ਔਨ ਦ ਹੋਲ। ਤਾਂ ਇਸ ਪ੍ਰੋਜੈਕਟ ਵਿੱਚ 31 ਮੈਂਬਰਸ ਹੈਗੇ, 31 ਮੈਂਬਰਸ ਹੈਗੇ। ਮੈਂਬਰਸ ਆਰ ਫਰੋਮ ਅਕ੍ਰੋਸ ਦ ਵਰਲਡ। ਇੰਡੀਆ ਦੀ ਕਾਫੀ 1/3 ਟੀਮ ਹੈਗੀ, ਜਿਹਦੇ ਵਿੱਚ ਇੰਡੀਆ 'ਚ ਵੀ ਖਾਲੀ ਪੰਜਾਬ ਤੋਂ ਨਹੀਂ ਬਟ ਡਿਫਰੈਂਟ ਸਟੇਟਸ ਤੋਂ, ਹਰਿਆਣਾ ਤੋਂ, ਗੁਜਰਾਤ ਤੋਂ, ਰਾਜਸਥਾਨ ਤੋਂ, ਡਿਫਰੈਂਟ ਸਟੇਟਸ ਤੋਂ ਵਿਦਵਾਨ ਸਕਾਲਰਸ ਜੁੜੇ ਹਨ। ਨਾਲ ਹੀ USA ਤੋਂ, ਕੈਨੇਡਾ ਤੋਂ, ਇੰਗਲੈਂਡ ਤੋਂ ਸਾਰੇ ਆਲ ਸਕਾਲਰਸ। ਕੋਸ਼ਿਸ਼ ਇਹ ਹੋਈ ਹੈ ਕਿ ਬੈਸਟ ਮਾਈਂਡਸ ਨੂੰ, ਬੈਸਟ ਦੇ ਨਾਲ ਪੈਸ਼ਨੇਟ ਮਾਈਂਡਸ ਨੂੰ ਇਕੱਠਾ ਕਰਕੇ ਇਹ ਸਾਰੇ ਰਲ ਮਿਲ ਕੇ ਇਹਨੂੰ ਅਸੀਂ ਕਰ ਰਹੇ ਹਾਂ। ਇਹ ਪ੍ਰੋਜੈਕਟ ਬੜਾ ਇੰਟਰਸਟਿੰਗ ਹੈਗਾ। ਇਹਦੇ 3 ਮੇਜਰ ਪਾਰਟਸ ਹੈਗੇ। ਇੱਕ ਟ੍ਰਾਂਸਲੇਸ਼ਨ, ਇੱਕ ਰਿਸਰਚ ਐਂਡ ਇੱਕ ਹਿਸਟੋਰੀਕਲ ਡਾਇਮੈਂਸ਼ਨ। ਸਭ ਤੋਂ ਪਹਿਲਾਂ ਰਿਸਰਚ ਆਉਂਦਾ ਹੈਗਾ। ਰਿਸਰਚ ਵਿੱਚ ਪੂਰੀ ਰਿਸਰਚ ਕਰਕੇ ਫਰੋਮ ਦ ਲੈਵਲ ਆਫ ਵਰਡ ਮੀਨਿੰਗਸ ਟੂ ਦ ਸੈਂਟੈਂਸਸ ਐਂਡ ਉਸ ਤੋਂ ਬਾਅਦ ਫਿਰ ਹਿਸਟੋਰੀਕਲ ਡਾਇਮੈਂਸ਼ਨਸ, ਸਾਰੇ ਕੰਟੈਕਸਟ ਨੂੰ ਲੈ ਕੇ ਇਹਨੂੰ ਜੋੜਿਆ ਗਿਆ ਹੈਗਾ। ਸੋ ਸ਼ਬਦ ਨੂੰ ਖਾਲੀ ਅਸੀਂ ਟੈਕਸਟ ਰਾਹੀਂ ਨਹੀਂ ਪੜ੍ਹ ਰਹੇ ਹਾਂ, ਸ਼ਬਦ ਨੂੰ ਅਸੀਂ ਕੰਟੈਕਸਟ ਰਾਹੀਂ ਵੀ ਪੜ੍ਹ ਰਹੇ ਹਾਂ। ਨਾਲੇ ਸ਼ਬਦ ਦਾ ਜਿਹੜਾ ਮੀਨਿੰਗ ਹੈਗਾ ਉਹ ਬਹੁਤ ਹੀ ਕਲੋਜ਼ ਟੂ what Guru Sahib ਜਾਂ ਭਗਤ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀਗੇ by understanding the word itself। ਤਾਂ ਅਸੀਂ ਵਰਡ ਨੂੰ ਗ੍ਰਾਮੈਟਿਕਲੀ ਵੀ ਪੜ੍ਹ ਰਹੇ ਹਾਂ, ਅਸੀਂ ਵਰਡ ਨੂੰ ਉਹਦੀ ਕੇਸ ਰਾਹੀਂ ਵੀ ਪੜ੍ਹ ਰਹੇ ਹਾਂ, ਉਹਦੀ ਈਟੀਮੋਲੋਜੀ ਵੀ ਦੇਖ ਰਹੇ ਹਾਂ ਐਂਡ ਵਾਪਸ ਅਸੀਂ ਇਹ ਵੀ ਦੇਖਦੇ ਹਾਂ ਕਿ ਕਿਹੜੀ ਲੈਂਗੁਏਜ ਵਿੱਚ ਉਹ ਵਰਡ ਕਿਸ ਤਰ੍ਹਾਂ ਪ੍ਰਚਲਿਤ ਹੋਇਆ ਜਾਂ ਪਪੂਲਰ ਹੋਇਆ।
ਹੁਣ ਮੇਰਾ ਸਵਾਲ ਇੱਥੇ ਆ ਜਾਂਦਾ ਹੈ ਕਿ ਦੇਖੋ ਟ੍ਰਾਂਸਲੇਸ਼ਨ ਜਿਸ ਤਰ੍ਹਾਂ ਅਸੀਂ ਪਹਿਲੇ ਜ਼ਿਕਰ ਕੀਤਾ ਪਹਿਲੇ ਵੀ ਹੋਈਆਂ ਔਰ ਮੈਂ ਜਿੱਥੋਂ ਤੱਕ ਸਮਝ ਰਿਹਾ ਜਿਹੜਾ ਮੈਂ ਇੱਕ ਤੁਸੀਂ ਜਿਹੜਾ ਆਸਾ ਕੀ ਵਾਰ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਇੱਕ ਕੰਪੋਜੀਸ਼ਨ ਹੈਗੀ ਹੈ ਉਹ ਇੱਕ ਅਲੱਗ ਸਬਜੈਕਟ ਹੈ ਉਸ ਕੰਪੋਜੀਸ਼ਨ ਵਿੱਚ ਕੀ ਹੈਗਾ ਆਸਾ ਜਿਹੜਾ ਹੈਗਾ ਉਹ ਰਾਗ ਹੈਗਾ ਵਾਰ ਮੀਨਸ ਬੈਲਡ ਤੇ ਇਹ ਕੰਪੋਜੀਸ਼ਨ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਨ ਆਫ ਦਾ ਮੈਨੀ ਤੇ ਇਹਨਾਂ ਨੇ ਉਸ ਤੇ ਉਸ ਦਾ ਜਿਹੜਾ ਇੱਕ ਜਿਹੜਾ ਪਹਿਲੂ ਹੈਗਾ ਉਹ ਬੜੇ ਚੰਗੇ ਤਰੀਕੇ ਨਾਲ ਦਰਸਾਇਆ ਤੇ ਮੈਂ ਉਸ ਨੂੰ ਪੜ੍ਹਿਆ ਵੀ ਹੈ ਮੈਂ ਤੁਹਾਡੇ ਕੋਲ ਡਾਕਟਰ ਸਾਹਿਬ ਇਹ ਪੁੱਛਣਾ ਚਾਹਾਂਗਾ ਕਿ ਟ੍ਰਾਂਸਲੇਸ਼ਨਸ ਪਹਿਲੇ ਵੀ ਹੋਈਆਂ ਔਰ ਇਹ ਟ੍ਰਾਂਸਲੇਸ਼ਨ ਇੰਗਲਿਸ਼ ਵਿੱਚ ਨੇ ਤਾਂ ਕਿ ਗਲੋਬਲ ਆਡੀਅנס ਨੂੰ ਐਡਰੈਸ ਕੀਤਾ ਜਾਏ ਇਹ ਟ੍ਰਾਂਸਲੇਸ਼ਨ ਉਹਨਾਂ ਪਹਿਲੀ ਟ੍ਰਾਂਸਲੇਸ਼ਨਸ ਤੋਂ ਕਿਸ ਤਰ੍ਹਾਂ ਵੱਖਰੀ ਹੈ ਔਰ ਤੁਸੀਂ ਜਿਹੜਾ ਵਰਡ ਟ੍ਰਾਂਸਕ੍ਰੀਏਸ਼ਨ ਯੂਜ਼ ਕੀਤਾ ਹੈ ਵੇਅਰ ਡਸ ਦੈਟ ਫਿਟ ਇਨ ਇਹ ਟ੍ਰਾਂਸਕ੍ਰੀਏਸ਼ਨ ਕੀ ਚੀਜ਼ ਹੈ ਮੈਂ ਪਹਿਲਾਂ ਤੁਹਾਨੂੰ ਇਸ ਪ੍ਰੋਜੈਕਟ ਦੀ ਯੂਨੀਕ ਫੀਚਰਸ ਬਾਰੇ ਦੱਸਦੀ ਹਾਂ ਐਂਡ ਦੈਨ ਆਈ ਵਿਲ ਕਮ ਔਨ ਟੂ ਦ ਵਰਡ ਟ੍ਰਾਂਸਕ੍ਰੀਏਸ਼ਨ ਪ੍ਰੋਜੈਕਟ ਬਾਕੀ ਟ੍ਰਾਂਸਲੇਸ਼ਨਸ ਤੋਂ ਥੋੜੀ ਜਿਹੀ ਡਿਫਰੈਂਟ ਹੈਗਾ ਡਿਫਰੈਂਟ ਇਸ ਕਰਕੇ ਹੈਗਾ ਕਿਉਂਕਿ ਅਜੇ ਤੱਕ ਵਰਡ ਮੀਨਿੰਗਸ ਤੇ ਪੂਰਾ ਰਿਸਰਚ ਜਿਹਨੂੰ ਕਹਿੰਦੇ ਆ ਉਹ ਅਵੇਲੇਬਲ ਨਹੀਂ ਸੀਗਾ ਪਾਰਟਿਕੂਲਰਲੀ ਗ੍ਰਾਮੈਟੀਕਲ ਰਿਸਰਚ ਅਵੇਲੇਬਲ ਨਹੀਂ ਸੀਗਾ ਤਾਂ ਹੁਣ ਇਹਦੇ ਵਿੱਚ ਫॉर ਐਗਜ਼ਾਮਪਲ ਕੋਈ ਵੀ ਵਰਡ ਹੈਗਾ ਪਹਿਲਾਂ ਉਹ ਵਰਡ ਨੂੰ ਪੜ੍ਹਿਆ ਜਾਂਦਾ ਹੈ ਕਿ ਉਹ ਵਰਡ ਦੀ ਫਾਰਮ ਕੀ ਹੈ ਕਿ ਉਹ ਨਾਉਨ ਵਿੱਚ ਲਿਖਿਆ ਗਿਆ ਹੈ ਕਿ ਵਰਬ ਵਿੱਚ ਲਿਖਿਆ ਗਿਆ ਹੈ ਐਂਡ ਉਸੇ ਕਰਕੇ ਉਹਦਾ ਮੀਨਿੰਗ ਉਸੇ ਫਾਰਮ ਦੇ ਰਾਹੀਂ ਡਿਰਾਈਵ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫਿਰ ਇਹ ਦੇਖਿਆ ਜਾਂਦਾ ਹੈ ਕਿ ਵਰਡ ਦਾ ਓਰੀਜਨਲ ਸੋਰਸ ਕੀ ਹੈ ਕਿੱਥੋਂ ਉਤਪੰਨ ਹੋਇਆ ਵਰਡ ਉਹਦੀ ਇਟੀਮੋਲੋਜੀ ਕੀ ਹੈ ਇਟੀਮੋਲੋਜੀ ਨੂੰ ਪੜ੍ਹਨ ਤੋਂ ਬਾਅਦ ਉਹਦਾ ਮੀਨਿੰਗ ਜਿਹੜਾ ਹੈਗਾ ਉਹ ਸੈਂਟੈਂਸ ਵਿੱਚ ਸਮਝਿਆ ਜਾਂਦਾ ਹੈ ਸੈਂਟੈਂਸ ਦੇ ਨਾਲ ਹੀ ਕੰਟੈਕਸਟ ਵੀ ਪੜ੍ਹਿਆ ਜਾਂਦਾ ਹੈ ਉਹਨੂੰ ਲਿਟਰਲੀ ਅੰਡਰਸਟੈਂਡ ਕਰਕੇ ਉਹਦਾ ਲਿਟਰਲ ਮੀਨਿੰਗ ਦਿੱਤਾ ਜਾਂਦਾ ਹੈ ਤਾਂ ਇਹਦੇ ਲੇਅਰਸ ਹੈਗੀਆਂ ਇਸ ਪ੍ਰੋਜੈਕਟ ਦੀ ਕਾਫੀ ਲੇਅਰਸ ਹੈਗੀਆਂ ਇੱਕ ਲੇਅਰ ਇਹ ਹੈਗੀ ਕਿ ਇਹਨੂੰ ਗੁਰਮੁਖੀ ਤੋਂ ਪੰਜਾਬੀ ਵਿੱਚ ਲਿਖਿਆ ਜਾਂਦਾ ਹੈਗਾ ਲਿਟਰਲ ਪੰਜਾਬੀ ਉਸ ਤੋਂ ਬਾਅਦ ਉਹਦੀ ਹੀ ਇੰਟਰਪ੍ਰੀਟੇਸ਼ਨ ਪੰਜਾਬੀ ਵਿੱਚ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਉਸੇ ਸੇਮ ਚੀਜ਼ ਨੂੰ ਜਿਹੜੀ ਲਿਟਰਲ ਪੰਜਾਬੀ ਚ ਹੋਈ ਉਹਨੂੰ ਲਿਟਰਲ ਇੰਗਲਿਸ਼ ਵਿੱਚ ਕੀਤਾ ਜਾਂਦਾ ਹੈਗਾ ਲਿਟਰਲ ਇੰਗਲਿਸ਼ ਤੋਂ ਕਰਨ ਤੋਂ ਬਾਅਦ ਉਹਨੂੰ ਫਿਰ ਇੰਗਲਿਸ਼ ਇੰਟਰਪ੍ਰੀਟਿਵ ਵਿੱਚ ਕੀਤਾ ਜਾਂਦਾ ਹੈ ਜਿਹੜੀ ਇੰਟਰਸਟਿੰਗ ਗੱਲ ਹੈਗੀ ਹੈ ਜਿਹੜੀ ਸਾਰਿਆਂ ਤੋਂ ਵੱਖਰੀ ਸਾਰੀ ਟ੍ਰਾਂਸਲੇਸ਼ਨਸ ਤੋਂ ਯੂਨੀਕ ਗੱਲ ਇਸ ਪ੍ਰੋਜੈਕਟ ਦੀ ਹੈਗੀ ਹੈ ਇੰਗਲਿਸ਼ ਦੇ ਵਿੱਚ ਜਿਹੜਾ ਲਿਟਰਲ ਕੰਮ ਕੀਤਾ ਜਾ ਰਿਹਾ ਹੈਗਾ ਉਹ ਇੰਗਲਿਸ਼ ਲੈਂਗੁਏਜ ਪਰ ਸੇ ਨਹੀਂ ਕੀਤਾ ਜਾ ਰਿਹਾ ਹੈਗਾ ਕਿਉਂਕਿ ਇੰਗਲਿਸ਼ ਲੈਂਗੁਏਜ ਦੀ ਆਪਣੀ ਵੀ ਡਿਨੋਮੀਨੇਸ਼ਨਸ ਹੈਗੀਆਂ ਉਹਦੀ ਆਪਣੀ ਵੀ ਇੱਕ ਡੋਮੀਨੈਂਸ ਹੈਗੀ ਹੈ ਇਸ ਪ੍ਰੋਜੈਕਟ ਵਿੱਚ ਅਸੀਂ ਉਹਨੂੰ ਵੀ ਇਸ ਇੱਕ ਤਰ੍ਹਾਂ ਨਾਲ ਚੈਲੰਜ ਕਰ ਰਹੇ ਹਾਂ ਕਿਸ ਤਰ੍ਹਾਂ ਚੈਲੰਜ ਕਰ ਰਹੇ ਹਾਂ ਫॉर ਐਗਜ਼ਾਮਪਲ ਪੰਜਾਬੀ ਵਿੱਚ ਜਾਂ ਗੁਰਮੁਖੀ ਵਿੱਚ ਜੇ ਵਰਡ ਨਾਉਨ ਦੀ ਫਾਰਮ ਵਿੱਚ ਯੂਜ਼ ਕੀਤਾ ਗਿਆ ਹੈ ਅਸੀਂ ਲਿਟਰਲ ਵਿੱਚ ਉਹਨੂੰ ਨਾਉਨ ਦੀ ਫਾਰਮ ਵਿੱਚ ਹੀ ਰਿਪਰੋਡਿਊਸ ਕਰਦੇ ਹਾਂ ਕਈ ਵਾਰੀ ਉਹ ਇੰਗਲਿਸ਼ ਵਿੱਚ ਥੋੜਾ ਜਿਹਾ ਅਟਕਦਾ ਹੈਗਾ ਬਟ ਅਸੀਂ ਉਹਦੇ ਨਾਲ ਬਿਲਕੁਲ ਵੀ ਟੈਂਪਰ ਨਹੀਂ ਕਰਨਾ ਚਾਹੁੰਦੇ ਹਾਂ ਅਸੀਂ ਗੁਰਬਾਣੀ ਨੂੰ ਓਰੀਜਨਲੀ ਗੁਰਬਾਣੀ ਦੀ ਤਰ੍ਹਾਂ ਹੀ ਰੱਖਣਾ ਚਾਹੁੰਦੇ ਹਾਂ ਤਾਂ ਇਸ ਕਰਕੇ ਫॉर ਐਗਜ਼ਾਮਪਲ ਦ ਵਰਡ ਇਜ਼ ਰਿਮੈਂਬਰੈਂਸ ਜਿਹੜਾ ਵਰਡ ਹੈਗਾ ਉਹ ਨਾਉਨ ਹੈ ਤਾਂ ਅਸੀਂ ਉਹਨੂੰ ਰਿਮੈਂਬਰੈਂਸ ਹੀ ਰੱਖਦੇ ਹਾਂ with the remembrance of God but ਜਦ ਇੰਟਰਪ੍ਰੀਟ ਕਰਦੇ ਹਾਂ ਤਾਂ ਅਸੀਂ ਉਹਨੂੰ ਐਕਸਪਲੇਨ ਕਰਦੇ ਹਾਂ by remembering God ਕਿਉਂਕਿ ਨਾਰਮਲੀ ਇੰਗਲਿਸ਼ ਵਿੱਚ ਜਿਹੜਾ ਵਰਡ ਯੂਜ਼ ਹੋਏਗਾ ਉਹ ਯੂਜ਼ ਹੋਏਗਾ ਰਿਮੈਂਬਰਿੰਗ ਜਦ ਅਸੀਂ ਉਹਨੂੰ ਨਾਰਮਲ ਲੈਂਗੁਏਜ ਵਿੱਚ ਯੂਜ਼ ਕਰਾਂਗੇ ਦੂਜੀ ਚੀਜ਼ ਜਿਹੜੀ ਹੈਗੀ ਆਈ ਜਸਟ ਯੂਜ਼ ਦ ਵਰਡ ਗੋਡ ਬਟ ਅਸੀਂ ਗੋਡ ਨਹੀਂ ਯੂਜ਼ ਕਰ ਰਹੇ ਹਾਂ ਨਵੀਂ ਉਸੇ ਪੁਆਇੰਟ ਤੇ ਆ ਰਿਹਾ ਸੀ ਹਾਂਜੀ ਅਸੀਂ ਗੋਡ ਬਿਲਕੁਲ ਵੀ ਯੂਜ਼ ਨਹੀਂ ਕਰ ਰਹੇ ਜਿਹੜੀ ਐਂਗਲਿਸਾਈਜ਼ਡ ਇੰਗਲਿਸ਼ ਹੈਗੀ ਜਿਹੜੀ ਬ੍ਰਿਟਿਸ਼ ਇੰਗਲਿਸ਼ ਹੈਗੀ ਇਨਫੈਕਟ ਇਟ ਕੈਨ ਬੀ ਅ ਪੋਸਟ ਕਲੋਨੀਅਲ ਚੈਲੰਜ ਮੇਰਾ ਇੱਕ ਜਿਹੜਾ ਸਵਾਲ ਹੈਗਾ when we go to gurdwaras and there we see all those screens here and there we can read up the translations my perception is that I can be completely wrong ਉਹ ਜਦੋਂ ਅਸੀਂ ਟ੍ਰਾਂਸਲੇਸ਼ਨ ਮੈਂ ਕਈ ਵਾਰੀ ਪੜ੍ਹਦਾ ਉਹ ਮੈਨੂੰ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਤੁਸੀਂ ਵਰਡ ਕਿਹਾ ਗੋਡ ਕਿਹਾ ਜਾਂ ਲਾਰਡ ਕਿਹਾ ਇਹ ਜਿਹੜੇ ਵਰਡਸ ਨੇ ਦਾਈ ਦਾਓ ਅਸੀਂ ਜਿਹੜੇ ਇੰਗਲਿਸ਼ ਲਿਟਰੇਚਰ ਦੀ ਕਲਾਸਿਸ ਵਿੱਚ ਪੜ੍ਹਦੇ ਹੁੰਦੇ ਸੀ ਉਹ ਯੂਜ਼ ਹੁੰਦੇ ਨੇ ਕੀ ਇਸ ਟ੍ਰਾਂਸਲੇਸ਼ਨ ਦੇ ਵਿੱਚ ਕੀ ਇਸ ਪ੍ਰੋਜੈਕਟ ਦੇ ਵਿੱਚ are you retaining that vocabulary or are you in the sense that retaining the original one by conveying the essence of that word the beauty of this translation is कि ऐसी कोई भी anglicized words या फिर वो पुरानी English या फिर उस तरह दी English ਨੂੰ ਬਿਲਕੁਲ ਵੀ use ਨਹੀਂ ਕਰ ਰਹੇ ਹਾਂ we are using a English ਜਿਹੜੀ global audience ਨੂੰ address करे and moreover more than that flavor retain rave ਨਾਲੇ more than that ਜਿਹੜੇ words for example God is an anglicized word ਅਸੀਂ ਇੱਕ ਓਂਕਾਰ use ਕਰ ਰਹੇ ਹਾਂ ਇੱਕ ਓਂਕਾਰ is not translatable
ਇੱਕ ਓਂਕਾਰ ਦੀ ਆਪਣੀ ਡੈਫੀਨੇਸ਼ਨ ਮੂਲ ਮੰਤਰ ਵਿੱਚ ਦਿੱਤੀ ਗਈ ਹੈਗੀ ਹੈ ਐਂਡ ਇੱਕ ਓਂਕਾਰ ਮੀਨਸ ਵਨ ਫੋਰਸ, ਉਹ એનર્ਜੀ which is actually not to be understood as God. This is a break from the older translations and ਨਾਲ ਹੀ ਜਿਹੜੀ vocabulary ਗੁਰਬਾਣੀ offer ਕਰਦੀ ਹੈ, for example ਅੰਮ੍ਰਿਤ, for example ਹਰੀ, ਪ੍ਰਭੂ, ਸ਼ਬਦ, ਨਾਮ, ਬਾਣੀ, ਅਸੀਂ ਫੁੱਟਨੋਟਸ ਦੇ ਕੇ ਇਹਨਾਂ ਸਾਰੇ ਕਨਸੈਪਟਸ ਨੂੰ ਐਕਸਪਲੇਨ ਕਰ ਰਹੇ ਹਾਂ ਐਂਡ ਵੀ ਆਰ ਰਿਟੇਨਿੰਗ them so that ਜਿਹੜਾ ਰੀਡਰ ਹੈਗਾ ਉਹ ਇਸ ਵੋਕੈਬਲਰੀ ਨਾਲ ਫੈਮਿਲੀਅਰ ਹੋ ਜਾਏ, ਉਹਨੂੰ ਪਤਾ ਚੱਲੇ ਕਿ ਸਿੱਖ ਕਨਸੈਪਟ ਐਂਡ ਸਿੱਖ ਕੰਟੈਕਸਟ ਕੀ ਹੈਗੇ। ਇਹ ਦੋ ਸਵਾਲ ਨੇ, ਹੁਣ ਆਖਰੀ ਸਵਾਲ ਨੇ। ਇੱਕ ਮੇਰਾ ਸਵਾਲ ਫਿਰ ਤੁਹਾਡੇ ਕੋਲ ਆ ਰਿਹਾ, I am really I would really like to know about this concept of transcreation। ਮੈਂ ਇਸ ਕਰਕੇ ਪੁੱਛਣਾ, ਜਦੋਂ ਵਰਡ ਕ੍ਰੀਏਸ਼ਨ ਆ ਜਾਂਦਾ ਹੈ ਤੇ ਫੇਥਫੁਲ ਦੇ ਵਿੱਚ ਕਈ ਵਾਰੀ ਇਸ ਤਰ੍ਹਾਂ ਦਾ ਭਰਮ ਵੀ ਪੈ ਸਕਦਾ ਹੈ ਕਿ ਤੁਸੀਂ ਕੁਝ ਕਹਿ ਨਹੀਂ ਕਿ ਤੁਸੀਂ ਕੁਝ ਕ੍ਰੀਏਟ ਕਰ ਰਹੇ ਹੋ। ਸੋ ਉਸ ਨੂੰ ਐਕਸਪਲੇਨ ਕਰਨ ਲਈ ਦੱਸੋ ਸਾਡੇ ਜਿਹੜੇ ਨਾਜ਼ਰੀਨ ਨੇ ਕਿ ਟ੍ਰਾਂਸਕ੍ਰੀਏਸ਼ਨ ਕੀ ਹੈਗੀ ਹੈ ਔਰ ਕੀ ਇਜ਼ ਇਟ ਸਮ ਸੌਰਟ ਆਫ ਕ੍ਰੀਏਸ਼ਨ ਔਰ ਇਜ਼ ਇਟ ਸਮ ਸੌਰਟ ਆਫ ਸਾਇੰਸ? Actually, this is a very interesting and a very important question which you have asked. Transcreation, translation ਦਾ ਹੀ ਇੱਕ part ਹੈਗਾ। Transcreation ਜਿਹੜਾ ਉੱਭਰ ਕੇ ਆਇਆ in the translation theory, ਉਹ translation ਤੋਂ ਹੀ ਆਇਆ ਹੈਗਾ। ਬਹੁਤ ਲੋਕਾਂ ਨੂੰ ਇਹ ਲੱਗਦਾ ਹੈਗਾ ਕਿ transcreation means ਕਿ ਇੱਕ ਜਿਹੜਾ original source ਹੈ ਉਹ ਤੋਂ different ਚੀਜ਼ is being produced when it is produced in the targeted language। ਜਿਹੜੀ ਦੂਜੀ language ਵਿੱਚ ਹੋ ਰਿਹਾ ਹੈ ਕੁਝ ਹੋਰ ਹੀ ਬਣ ਕੇ ਆ ਰਿਹਾ ਹੈ ਐਂਡ ਉਹਦੇ ਵਿੱਚ translator ਦਾ ਬੜਾ ਰੋਲ ਹੈਗਾ, but actually transcreation points out at creative interpretation। it does not point out at ਕਿ ਇੱਕ ਨਈ ਚੀਜ਼ ਕੋਈ ਬਣ ਕੇ ਲਿਟਰਲ ਨੂੰ ਉਸੇ ਤਰ੍ਹਾਂ ਰਿਟੇਨ ਕਰਨਾ ਬੜਾ ਔਖਾ ਹੈਗਾ। ਜਦ ਅਸੀਂ ਟ੍ਰਾਂਸਲੇਸ਼ਨ ਵਿੱਚ ਉਹਨੂੰ ਦੂਜੀ ਲੈਂਗੁਏਜ ਵਿੱਚ ਲਿਖਦੇ ਹਾਂ then a lot is also lost। for example ਗੁਰਬਾਣੀ ਵਿੱਚ ਵਰਡ ਦੇ ਨਾਲ ਬੜੀ ਐਸੋਸੀਏਸ਼ਨ ਹੈਗੀ ਹੈ। ਵਰਡ ਦੀ ਜਿਹੜਾ ਧੁਨੀ ਹੈਗੀ ਜਾਂ ਸਾਊਂਡ ਹੈ, ਸਾਊਂਡ ਹੀ ਸੀਕਰ ਨੂੰ ਆਪਣੇ ਨਾਲ ਜੋੜਦਾ ਹੈ। ਨਾਮ ਦਾ ਕਨਸੈਪਟ ਵੀ ਇਸੇ ਤਰ੍ਹਾਂ ਦਾ ਹੈਗਾ। ਤਾਂ ਉਸ ਵਰਡ ਨੂੰ ਅਸੀਂ ਇੰਗਲਿਸ਼ ਵਿੱਚ ਕਿੱਦਾਂ ਰਿਟੇਨ ਕਰੀਏ, ਉਹ ਕਈ ਵਾਰੀ ਪੋਸੀਬਲ ਨਹੀਂ ਹੁੰਦਾ ਹੈ। ਫॉर एग्जाम्पल ਵੱਡੀ ਵਡਿਆਈ ਜੇ ਵੱਡਾ ਨਾਮ, ਤਾਂ ਇਸ ਲਾਈਨ ਵਿੱਚ ਵਰਡ ਜਿਹੜਾ ਹੈ ਬਾਰ-ਬਾਰ ਰਿਪੀਟ ਹੋ ਰਿਹਾ ਹੈ। ਇੱਕ ਐਲੀਟਰੇਸ਼ਨ ਨਾਲ ਇੱਕ ਵਰਡ ਦਾ ਫੰਕਸ਼ਨ ਹੈਗਾ। ਤਾਂ ਉਹੀ ਵਰਡ ਜਿਹੜਾ ਅਸੀਂ ਰਿਪੀਟ ਕਰ ਰਹੇ ਹਾਂ, ਜਿਹੜੀ ਰੈਪੀਟੀਸ਼ਨ ਹੈ ਉਹ ਸਾਨੂੰ ਉਸ ਰੂਹਾਨੀਅਤ ਨਾਲ ਜੋੜ ਰਹੀ ਹੈਗੀ ਹੈ। ਬਟ the moment ਅਸੀਂ ਉਹਨੂੰ ਟ੍ਰਾਂਸਲੇਟ ਕਰਾਂਗੇ that gets lost। ਤਾਂ ਜਦ ਟ੍ਰਾਂਸਲੇਟਰ ਦਾ creative interpretation ਇੱਥੇ ਆਂਦਾ ਹੈ ਕਿ how will that translator retain either this verb ਜਾਂ ਫਿਰ ਕੁਝ ਇਸ ਤਰ੍ਹਾਂ ਦਾ tone ਜਾਂ music ਜਾਂ ਫਿਰ sentence ਜਿਹਦੇ ਵਿੱਚ ਉਹ mood ਵੀ interpret ਹੋ ਜਾਏ। ਤਾਂ ਇਸੇ ਲਾਈਨ ਨੂੰ ਜਿੱਦਾਂ ਅਸੀਂ translate ਕੀਤਾ ਹੈ, great is the glory of the great ਇੱਕ ਓਂਕਾਰ। ਮੈਨੂੰ ਲੱਗਦਾ ਹੈ ਡਾਕਟਰ ਸਾਹਿਬ ਕਿ ਵੀ ਤੁਸੀਂ ਥੋੜਾ ਜਿਹਾ ਇਹ ਦੱਸੋ ਕਿ ਇਹ ਪ੍ਰੋਜੈਕਟ ਜਿਹੜਾ ਹੈਗਾ this is being carried out under the auspices of Sikh Research Institute which is US based। ਤੇ ਸਾਡੇ ਨਾਜ਼ਰੀਨ ਨੂੰ ਜਿਹੜਾ ਤੁਸੀਂ ਆਸਾ ਕੀ ਵਾਰ ਦੇ ਉੱਤੇ ਉਹ ਆਲਰੇਡੀ ਪ੍ਰੋਜੈਕਟ ਜਿਹੜਾ ਇੱਕ ਹਿੱਸਾ ਹੈਗਾ, the first part, the initial part, ਉਹ ਆਲਰੇਡੀ is up online। ਤੇ ਤੁਸੀਂ ਉਹਨਾਂ ਨੂੰ ਸਾਡੇ ਨਾਜ਼ਰੀਨ ਨੂੰ ਦੱਸੋ ਕਿ ਉਹ ਕਿਸ ਤਰ੍ਹਾਂ ਉਹਨੂੰ ਵਿਜ਼ਿਟ ਕਰਨ, ਉਹਨੂੰ ਦੇਖ ਸਕਣ, ਤਾਂ ਜੋ ਉਹਨਾਂ ਨੂੰ ਆਈ ਥਿੰਕ ਦੇ ਵਿਲ ਗੈਟ ਅ ਬੈਟਰ ਅੰਡਰਸਟੈਂਡਿੰਗ ਜਦ ਉਸ ਨੂੰ ਦੇਖਣਗੇ ਕਿਸ ਤਰ੍ਹਾਂ ਕੈਲੀਗ੍ਰਾਫੀ ਰਿਟੇਨ ਕੀਤੀ ਹੈ, ਫਿਰ ਟ੍ਰਾਂਸਕ੍ਰੀਏਸ਼ਨ, ਫਿਰ ਟ੍ਰਾਂਸਲੇਸ਼ਨ, ਫਿਰ ਟ੍ਰਾਂਸਕ੍ਰੀਏਸ਼ਨ, ਤੇ ਉਹ ਉਹਨਾਂ ਨੂੰ ਕਿੱਧਰ ਅਵੇਲੇਬਲ ਹੋਏਗਾ? ਇਹ ਬਹੁਤ ਈਜ਼ੀ ਹੋ ਗਿਆ ਹੁਣ। there is a website called app.gurugranthsahib.io। ਉੱਥੇ ਵਿਜ਼ਿਟ ਕਰਕੇ ਇਟ ਕੈਨ ਬੀ ਈਜ਼ੀਲੀ ਸੀਨ। ਉਹਦੇ ਦੋ ਫੀਚਰਸ ਹੈਗੇ, ਇੱਕ ਉਹਨੂੰ ਪੰਜਾਬੀ 'ਚ ਵੀ ਦੇਖਿਆ ਜਾ ਸਕਦਾ ਹੈ, ਦੂਜਾ ਉਹਨੂੰ ਇੰਗਲਿਸ਼ 'ਚ ਵੀ ਦੇਖਿਆ ਜਾ ਸਕਦਾ ਹੈ। ਉੱਥੇ ਓਰੀਜਨਲ ਸ਼ਬਦ ਅਵੇਲੇਬਲ ਹੈਗਾ, ਸ਼ਬਦ ਦੇ ਨਾਲ ਹੀ ਕੈਲੀਗ੍ਰਾਫੀ ਅਵੇਲੇਬਲ ਹੈਗੀ ਸ਼ਬਦ ਦੀ। ਉਸ ਤੋਂ ਬਾਅਦ ਉਹਦਾ ਇੰਗਲਿਸ਼ ਵਿੱਚ ਟ੍ਰਾਂਸਲਿਟਰੇਸ਼ਨ ਅਵੇਲੇਬਲ ਹੈਗਾ, ਉਹਨੂੰ ਇੰਗਲਿਸ਼ ਵਿੱਚ ਵੀ ਗੁਰਬਾਣੀ ਦੀ ਪ੍ਰੋਨਾਂਸੀਏਸ਼ਨ ਨਾਲ ਪੜ੍ਹਿਆ ਜਾ ਸਕਦਾ ਹੈ। ਨਾਲ ਹੀ ਉੱਥੇ ਪੰਜਾਬੀ ਦੀ ਲਿਟਰਲ ਟ੍ਰਾਂਸਲੇਸ਼ਨ ਹੈ, ਪੰਜਾਬੀ ਦੀ ਇੰਟਰਪ੍ਰੀਟੇਸ਼ਨ ਹੈ ਜਿਹਨੂੰ ਤੁਸੀਂ ਟ੍ਰਾਂਸਕ੍ਰੀਏਸ਼ਨ ਕਹਿ ਰਹੇ ਹੋ, ਪੋਇਟਿਕ ਡਾਇਮੈਂਸ਼ਨ, ਹਿਸਟੋਰੀਕਲ ਡਾਇਮੈਂਸ਼ਨਸ ਹਨ,
all of these links ਉੱਥੇ ਕਲਿੱਕ ਕਰਕੇ ਸਾਰੇ ਖੁੱਲ ਜਾਂਦੇ ਹਨ। ਇਹਨੂੰ ਇੰਗਲਿਸ਼ ਵਿੱਚ ਵੀ ਪੜ੍ਹਿਆ ਜਾ ਸਕਦਾ ਹੈ, ਨਾਲ ਹੀ ਨਾਲ ਪੰਜਾਬੀ ਵਿੱਚ ਵੀ ਪੜ੍ਹਿਆ ਜਾ ਸਕਦਾ ਹੈ। ਇਟਸ ਅ ਐਕਸਟ੍ਰੀਮਲੀ ਫ੍ਰੈਂਡਲੀ ਵੈਬਸਾਈਟ ਐਂਡ ਅ ਵੈਰੀ ਬਿਊਟੀਫੁਲ ਵੈਬਸਾਈਟ। Now in television less is more, my last question to you Dr. Saab ਕਿ ਇਸ ਵਿੱਚ ਇੱਕ ਗੱਲ ਆ ਰਹੀ ਸੀ ਕਿ ਫੀਮੇਲ ਪਰਸਪੈਕਟਿਵ ਵੀ ਮੈਂ ਪੜ੍ਹ ਰਿਹਾ ਸੀ ਤੁਹਾਡਾ ਕਿ ਕਿਸ ਤਰ੍ਹਾਂ ਹਾਊ ਟੂ ਅੰਡਰਸਟੈਂਡ ਗੁਰੂ ਗ੍ਰੰਥ ਸਾਹਿਬ ਵਿਦ ਫੀਮੇਲ ਪਰਸਪੈਕਟਿਵ, ਇਹ ਕੀ ਚੀਜ਼ ਹੈ? ਇਹ ਬਹੁਤ ਹੀ ਇੰਪੋਰਟੈਂਟ ਹੈ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੀਏ ਤਾਂ ਬਾਰ-ਬਾਰ ਇੱਕ ਰੈਫਰੈਂਸ ਆਉਂਦਾ ਹੈ ਜਿਹਦੇ ਵਿੱਚ ਸੋਲ ਬ੍ਰਾਈਡ ਐਂਡ ਡਿਵਾਈਨ ਹਿਊਮਨ ਦੀ ਗੱਲ ਹੁੰਦੀ ਹੈ। ਸਮਝਿਆ ਇਹ ਜਾਂਦਾ ਹੈ ਕਿ ਪਰਮਾਤਮਾ ਮੇਲ ਹੈ ਐਂਡ ਜਿਹੜੇ ਸੀਕਰਸ ਹੈਗੇ ਉਹ ਫੀਮੇਲਸ ਹੈ। ਬਹੁਤ ਸਾਰੇ ਲੋਕਾਂ ਨੇ ਇਹਨੂੰ ਬੜੀ ਪੈਟਰੀਆਰਕੀਕਲੀ ਇੰਟਰਪ੍ਰੇਟ ਕੀਤਾ ਹੈ, ਤਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਫੀਮੇਲ ਇਜ਼ ਲੋਅਰ ਦੈਨ ਦ ਮੇਲ। ਅਸੀਂ ਇਸ ਟ੍ਰਾਂਸਲੇਸ਼ਨ ਵਿੱਚ ਵੀ ਹੈਵ ਰੂਲਡ ਆਊਟ ਦਿਸ। ਅਸੀਂ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਦੇਰ ਆਰ ਫੀਮੇਲ ਐਟਰੀਬਿਊਟਸ ਥਰੂ ਵਿਚ ਦ ਡਿਵਾਈਨ ਹਸਬੈਂਡ ਕੈਨ ਬੀ ਯੂਜ਼ਡ। ਤਾਂ ਅਸੀਂ ਕਿਧਰੇ ਵੀ ਵਰਡ ਮਾਸਟਰ ਹਸਬੈਂਡ ਨਹੀਂ ਯੂਜ਼ ਕੀਤਾ ਹੈ। ਵੀ ਆਰ ਵੈਰੀ ਪਾਰਟਿਕੂਲਰ ਕਿ ਅਸੀਂ ਉਹ ਯੂਜ਼ ਕਰੀਏ ਜਿਹਦੇ ਵਿੱਚ ਐਂਡ ਵਿੱਚ ਗੁਰੂ ਸਾਹਿਬ ਨਾਲ ਜਾਂ ਇੱਕ ਓਂਕਾਰ ਨਾਲ ਮਿਲਾਪ ਹੋ ਜਾਂਦਾ ਹੈ। ਤਾਂ ਮਿਲਾਪ ਵਿੱਚ ਬੜੀ ਖੁਸ਼ੀ ਹੈਗੀ, ਮਿਲਾਪ ਵਿੱਚ ਬੜਾ ਪਿਆਰ ਹੈਗਾ। ਜਦ ਦ ਮੂਮੈਂਟ ਅਸੀਂ ਉਹਨੂੰ ਪੈਟਰੀਆਰਕੀਕਲੀ ਇੰਟਰਪ੍ਰੇਟ ਕਰਦੇ ਹਾਂ, ਸਮਵੇਅਰ ਉਹ ਪਿਆਰ ਜਿਹੜਾ ਹੈ ਗੁੰਮ ਜਾਂਦਾ ਹੈ, ਉਹ ਕੰਪੈਨੀਅਨਸ਼ਿਪ ਗੁੰਮ ਜਾਂਦੀ ਹੈ। ਉਹਨੂੰ ਰਿਟੇਨ ਕਰਨ ਲਈ ਇੱਕ ਇਕੁਆਲਿਟੀ ਦੀ ਬੜੀ ਜ਼ਰੂਰਤ ਹੈ। ਤਾਂ ਗੁਰੂ ਨਾਨਕ ਸਾਹਿਬ ਨੇ ਤਾਂ ਫੀਮੇਲ ਕੁਐਸਚਨ ਵੀ ਬੜਾ ਰੇਜ਼ ਕੀਤਾ, ਤਾਂ ਅਸੀਂ ਕਿਦਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਪੈਟਰੀਆਰਕੀਕਲੀ ਪੜ੍ਹੀਏ? that will be totally wrong. ਜੈਂਡਰ ਨਿਊਟਰਲ ਐਟੀਟਿਊਡ। ਇਹਦੇ ਨਾਲ ਇੱਕ ਹੋਰ ਚੀਜ਼ I would like to add, contemporary relevance ਬਹੁਤ ਜ਼ਿਆਦਾ ਹੈਗਾ। we are not using the word master because the moment we use the word master, slave ਦੀ connotation ਆ ਜਾਂਦੀ ਹੈ and ਉਹ racism ਵੱਲ point out ਕਰਦਾ ਹੈ। so this is a revolution which we are offering through this translation. It's a revolution that you are offering through, and मैं ਤੁਹਾਨੂੰ ਆਪਣੇ ਬੜੇ ਸਾਥੋਂ best wishes ਨੇ because ਤੁਸੀਂ ਦੱਸਿਆ ਕਿ ਵੀ ਇਹ ਘੱਟ ਤੋਂ ਘੱਟ 2 decades 20 ਸਾਲ ਦਾ ਪ੍ਰੋਜੈਕਟ ਹੈਗਾ। I can completely understand ਜਦ ਗੁਰੂ ਗ੍ਰੰਥ ਸਾਹਿਬ ਦੇ 1430 ਅੰਗ ਹੋਣ ਇੱਕ ਤੁਸੀਂ ਪਹਿਲੂ ਨੂੰ ਵੇਖੋ, ਉਸਦੀ ਗ੍ਰਾਮਰ ਨੂੰ ਵੇਖੋ, ਉਸਦੇ ਵਰਡਸ ਨੂੰ ਵੇਖੋ, ਉਸਦੀ ਲੈਂਗੁਏਜ ਨੂੰ ਵੇਖੋ, ਤੇ ਉਸਦੀ ਇੱਕ ਲੈਂਗੁਏਜ ਵੀ ਹੈਗੀ, ਲੈਂਗੁਏਜ ਵੀ ਵੱਖਰੀਆਂ ਨੇ, ਡਾਇਲੈਕਟਸ ਵੀ ਵੱਖਰੇ ਨੇ, ਤੇ ਫਿਰ ਭਾਂਤ ਦੇ ਉਸ ਵਿੱਚ ਕਲਰ ਹੈਗੇ ਨੇ। ਇਟਸ ਅ ਬੁਕੇ ਆਫ ਡਿਵਰਸਿਟੀ। ਤੇ ਤੁਸੀਂ ਜਦ ਤੁਸੀਂ ਸਾਰਾ ਵੇਖਦੇ ਹੋ ਤੇ ਦੈਨ ਆਫ ਕੋਰਸ ਆਈ ਥਿੰਕ 20 years ਆਰ ਆਲਸੋ ਲੈਸ, ਬਟ ਤੁਸੀਂ ਇਸ ਪ੍ਰੋਜੈਕਟ ਨੂੰ ਲਿਆ ਹੈ। ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਬੈਸਟ ਵਿਸ਼ੇਸ ਨੇ। ਮੈਂ ਆਪਣੇ ਪੰਜਾਬ ਤੱਕ ਦੇ ਦਰਸ਼ਕਾਂ ਨੂੰ ਕਹਾਂਗਾ ਕਿ ਵੀ ਤੁਸੀਂ ਸਾਡੇ ਨਾਲ ਜੁੜਦੇ ਰਿਹਾ ਕਰੋ। ਅਸੀਂ ਇਸੇ ਤਰ੍ਹਾਂ ਤੁਹਾਡੇ ਕੋਲੋਂ ਪੋਜ਼ਿਟਿਵ ਖਬਰਾਂ ਤੇ ਲਿਆਵਾਂਗੇ ਹੀ, ਸਾਰੂ ਖਬਰਾਂ ਵੀ ਲਿਆਵਾਂਗੇ, ਔਰ ਦੂਸਰੇ ਪਾਸੇ ਵੀ ਜਾਵਾਂਗੇ ਜਿਹੜੀ ਹੋਰ ਟੌਪੀਕਲ ਖਬਰਾਂ ਵੀ ਹੋਣਗੀਆਂ। ਉੱਤੇ ਤੁਹਾਡੇ YouTube ਦੇ ਉੱਤੇ ਜਿਹੜਾ ਇੱਕ ਘੰਟੀ ਦਾ ਬਟਨ ਜ਼ਰੂਰ ਦਬਾਓ ਔਰ ਸਾਨੂੰ ਸਬਸਕ੍ਰਾਈਬ ਕਰੋ। ਤੇ ਬਸ ਇਹਨਾਂ ਅੱਖਾਂ ਦੇ ਨਾਲ ਹੀ ਆਪ ਜੀ ਤੋਂ ਇਜਾਜ਼ਤ ਲੈਂਦੇ ਹਾਂ ਜੀ। ਡਾਕਟਰ ਸ਼ਮੀਤ ਕੌਰ ਦਾ ਵਾਂਸ ਅਗੇਨ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। ਫਿਰ ਤੁਹਾਡੇ ਨਾਲ ਜ਼ਰੂਰ ਅਸੀਂ ਰੂਬਰੂ ਹੋਵਾਂਗੇ ਇੱਕ ਨਵੇਂ ਸਬਜੈਕਟ ਦੇ ਨਾਲ। ਤਦ ਤੱਕ ਰੱਬ ਰਾਖਾ।